ਬੜਹੰਸ ਮਹੱਲਾ ਪੰਜਵਾ। ਸਾਧ ਸੰਗ ਹਰਿ ਅੰਮ੍ਰਿਤ ਪੀਜੈ, ਨਾ ਜੀਉ ਮਰੈ ਨਾ ਕਬਹੂ ਸੀਜੈ। ਵਡਭਾਗੇ ਗੁਰ ਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾਉ। ਰਤਨ ਜਵਾਹਰ ਹਰ ਮਾਣਕ ਲਾਲਾ, ਸਿਮਰ ਸਿਮਰ ਪ੍ਰਭ ਭੈ ਨਿਹਾਲਾ। ਜਤ ਕਤ ਭਿਖੁ ਸਾਧੂ ਸ਼ਰਣਾ, ਹਰ ਗੁਣ ਗਾਏ ਨਿਰਮਲ ਮਨ ਕਰਣਾ। ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ। ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਤਿਅੰਤ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਆਓ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ, ਸਰਵਣ ਕਰੀਏ। ਇਹ ਪਾਵਨ ਪਵਿੱਤਰ ਸ਼ਬਦ ਬੜਹੰਸ ਰਾਗ ਦੇ ਵਿੱਚ ਹੈ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਾਧ ਸੰਗ ਹਰ ਅੰਮ੍ਰਿਤ ਪੀਜੈ। ਜਿਸ ਅੰਮ੍ਰਿਤ ਦੀ ਗੱਲ ਮਹਾਰਾਜ ਜੀ ਨੇ ਗੁਰਬਾਣੀ 'ਚ ਕੀਤੀ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸਕਾ ਵਿਸ਼ਰਾਮ। ਸੋ ਅੰਮ੍ਰਿਤ ਜਿਹੜਾ ਹੈ ਤਾਂ ਸਰੀਰ ਦੇ ਵਿੱਚ ਹੀ ਹੈ, ਪਰ ਸਤਸੰਗ ਕਰਨ ਦੇ ਨਾਲ ਹੀ ਇਸ ਸਰੀਰ ਦੇ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਪ੍ਰੇਮ ਦੇ ਨਾਲ, ਸੋ ਇਹ ਹੈ ਸਤਸੰਗ। ਸਤਸੰਗ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ, ਰੱਬ ਦੀ ਹੀ ਗੱਲ, ਗੁਰੂ ਦੀ ਹੀ ਗੱਲ, ਆਪਣੇ ਆਪ ਦੀ ਖੋਜ। ਰੱਬ ਦੀ ਕੋਈ ਖੋਜ ਨਹੀਂ ਕਰ ਸਕਦਾ ਹੈ। ਸੋ ਉੱਚੇ ਤੋਂ ਉੱਚਾ, ਪਰੇ ਤੋਂ ਪਰੇ, ਡੂੰਘੇ 'ਚੋਂ ਡੂੰਘਾ ਉਹਦੀ ਖੋਜ ਨਹੀਂ ਕੀਤੀ ਜਾ ਸਕਦੀ। ਖੋਜ ਕਰਨੀ ਹੈ ਤਾਂ ਆਪਣੇ ਆਪ ਦੀ ਕਰਨੀ ਹੈ, ਆਪਣੇ ਕੰਮਾਂ ਕਾਰਾਂ ਦੀ, ਆਪਣੇ ਮਨ ਦੇ ਵਿਚਾਰਾਂ ਦੀ। ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਆਪਣੇ ਆਪ ਨੂੰ ਉਹਦੇ ਅਨੁਸਾਰ ਉਹਦੇ ਤੋਲਣਾ, ਸੋ ਵਿਚਾਰ ਦੇ ਨਾਲ ਤੋਲਣਾ, ਵਿਚਾਰ ਦਾ ਵੱਟਾ ਪਾ ਕੇ ਵੀ ਗੁਰਬਾਣੀ ਕੀ ਕਹਿ ਰਹੀ ਹੈ, ਮੈਂ ਕੀ ਕਰਦਾ। ਸੋ ਗੁਰਬਾਣੀ ਜੋ ਕਹਿੰਦੀ ਹੈ ਮਨ ਤਾਂ ਮੰਨਦਾ ਹੀ ਨਹੀਂ, ਮਨ ਤਾਂ ਆਪਣੀ ਮਰਜ਼ੀ ਕਰਦਾ ਹੈ। ਸੋ ਉਸ ਵਕਤ ਸਾਨੂੰ ਸਾਵਧਾਨ ਹੋਣਾ ਪਵੇਗਾ। ਸਾਵਧਾਨ ਤੋਂ ਭਾਵ ਜਿਹੜੇ ਰੂਲ ਆ ਗੁਰੂ ਕੇ ਉਹਨੂੰ ਫੋਲੋ ਕਰਨੇ ਆ। ਸਾਵਧਾਨ ਤਾਂ ਇਹੋ ਹੀ ਹੈ, ਉਲੰਘਣਾ ਨਹੀਂ ਕਰਨੀ। ਮਹਾਰਾਜ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਹੋਈ ਹੈ, ਸਿੱਖ ਦੀ ਪਰਿਭਾਸ਼ਾ ਦੱਸੀ ਹੈ। ਸੋ ਉਸ ਪਰਿਭਾਸ਼ਾ ਦੇ ਵਿੱਚ ਰਹਿਣਾ, ਉਸ ਦਾਇਰੇ 'ਚ ਰਹਿਣਾ, ਸੇ ਖੋਜ ਹੁੰਦੀ ਹੈ। ਇਹ ਖੋਜ ਹੈ ਰੱਬ ਦੀ ਖੋਜ। ਕੀ ਕਰਨੀ ਹੈ? ਗਵਾਚਿਆ ਹੋਵੇ ਤਾਂ ਉਹਦੀ ਖੋਜ ਕਰੀਏ, ਲੁਕਿਆ ਹੋਵੇ ਤਾਂ ਉਹਦੀ ਖੋਜ ਕਰੀਏ। ਸੋ ਉਹਦੀ ਹਰੇਕ ਜਗ੍ਹਾ 'ਤੇ ਜਗ੍ਹਾ, ਥਾਨ, ਥਨੰਤਰ ਦਾ ਅਰਥ ਹੁੰਦਾ ਕੋਈ ਜਗ੍ਹਾ ਖਾਲੀ ਹੈ ਨਹੀਂ, ਉਹ ਤੋਂ ਬਿਨਾਂ ਫਿਰ ਉਹਦੀ ਖੋਜ ਕੀ ਕਰਨੀ ਹੈ? ਮਹਾਰਾਜ ਕਹਿੰਦੇ ਭਰਪੂਰ ਹੈ। ਜਲ ਥਲ ਮਹੀਲ ਭਰਪੂਰ ਲੀਣਾ, ਉਹ ਤਾਂ ਭਰਪੂਰ ਹੈ। ਜਿੱਥੇ ਵੀ ਦੇਖ ਲਓ, ਜਿੱਧਰ ਵੀ ਵੇਖ ਲਓ, ਉਹਦੀ ਹੋਂਦ ਹੈ। ਫਿਰ ਉਹਦੀ ਖੋਜ ਕੀ ਕਰਨੀ? ਅਸੀਂ ਗਵਾਚੇ ਹੋਏ ਹਾਂ, ਅਸੀਂ ਆਪਣੇ ਆਪ ਦੀ ਖੋਜ ਕਰਨੀ ਗੁਰਬਾਣੀ ਦੇ ਮੁਤਾਬਕ। ਫਿਰ ਉਹ ਸਾਧ ਸੰਗਤ ਦੇ ਨਾਲ ਹੁੰਦੀ ਹੈ।
ਸਤਸੰਗ ਕਰਨ ਦੇ ਨਾਲ ਜਿਹੜੇ ਆਪਣੇ ਆਪ ਦੀ ਅੰਤਰ ਆਤਮੇ ਖੋਜ ਕਰਦੇ ਨੇ ਉਹਨਾਂ ਨੂੰ ਫਿਰ ਸਦੇਹੀ ਦੇ ਵਿੱਚੋਂ ਨਾਮ ਅੰਮ੍ਰਿਤ ਜਿਹੜਾ ਆ ਉਹ ਪ੍ਰਾਪਤ ਹੁੰਦਾ ਹੈ। ਜਿਹੜਾ ਇਸ ਨਾਮ ਅੰਮ੍ਰਿਤ ਨੂੰ ਪੀਂਦਾ ਹੈ, ਮਹਾਰਾਜ ਕਹਿੰਦੇ ਨਾ ਜੀਉ ਮਰੈ ਨਾ ਕਬਹੂ ਛੀਜੈ। ਇੱਕ ਤਾਂ ਉਹਦੀ ਅਧਿਆਤਮਿਕ ਮੌਤ ਨਹੀਂ ਹੁੰਦੀ, ਨਾ ਜੀਉ ਮਰੈ, ਅਧਿਆਤਮਿਕ ਮੌਤ ਨਹੀਂ ਹੁੰਦੀ। ਨਾ ਕਬਹੂ ਛੀਜੈ, ਨਾ ਕਮਜ਼ੋਰ ਪੈਂਦਾ, ਕਦੀ ਵੀ ਕਮਜ਼ੋਰ ਨਹੀਂ ਪੈਂਦਾ। ਡੋਲਣਾ ਹੀ ਨਹੀਂ ਤਾਂ ਕਮਜ਼ੋਰ ਕਿਵੇਂ ਪੈਣਾ? ਜਿਹੜਾ ਬੰਦਾ ਡੋਲ ਜਾਂਦਾ ਉਹ ਕਮਜ਼ੋਰ ਪੈ ਜਾਂਦਾ। ਕਿੱਦਾਂ ਹੋਊਗੀ, ਕਿਵੇਂ ਹੋ ਗਿਆ, ਮੁਸ਼ਕਿਲ ਹੋ ਜਾਊ, ਸੋ ਘਬਰਾ ਜਾਂਦਾ ਹੈ। ਜਿਹੜਾ ਅੰਦਰੋਂ ਅੰਮ੍ਰਿਤ ਪੀਂਦਾ ਹੈ ਉਹ ਨਹੀਂ ਘਬਰਾਉਂਦਾ, ਉਹ ਨਹੀਂ ਕਮਜ਼ੋਰ ਪੈਂਦਾ। ਸੋ ਕਹਿੰਦਾ ਜੋ ਤੁਧ ਭਾਵੈ ਸਾਈ ਭਲੀ ਕਾਰ, ਕੀਤਾ ਕਰਨਾ ਸਰਵ ਰਜਾਏ ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕੁਛ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਐ। ਕਿੱਦਾਂ ਕਮਜ਼ੋਰ ਪੈ ਜਾਊ? ਨਹੀਂ ਕਮਜ਼ੋਰ ਪੈਂਦਾ। ਪਰ ਇਹ ਉਦੋਂ ਅਵਸਥਾ ਬਣਦੀ ਹੈ ਜਦੋਂ ਉਹ ਆਪਣੀ ਦੇਹੀ ਦੇ ਵਿੱਚੋਂ ਅੰਮ੍ਰਿਤ ਪ੍ਰਾਪਤ ਕਰਕੇ ਛਕਦਾ ਹੈ। ਵਡ ਭਾਗੀ ਗੁਰ ਪੂਰਾ ਪਾਈਐ। ਪੂਰੇ ਗੁਰੂ ਦੀ ਪ੍ਰਾਪਤੀ ਵੱਡੇ ਭਾਗਾਂ ਨਾਲ। ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ, ਜਿਹੜੇ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਂਦੇ ਨੇ ਉਹ ਪੂਰੇ ਭਾਗਾਂ ਵਾਲੇ ਹੁੰਦੇ ਨੇ। ਗੁਰਬਾਣੀ ਨੂੰ ਆਪਣਾ ਇਸ਼ਟ ਮੰਨ ਲਿਆ, ਮਾਤਾ ਪਿਤਾ ਮੰਨ ਲਿਆ, ਗੁਰਬਾਣੀ ਨੂੰ ਰੱਬ ਮੰਨ ਲਿਆ, ਉਹਨਾਂ ਨੂੰ ਕਹਿ ਤਾ ਪੂਰੇ ਭਾਗਾਂ ਵਾਲੇ। ਵੱਡਿਆਂ ਭਾਗਾਂ ਦੇ ਨਾਲ ਹੀ ਪੂਰਾ ਗਿਆਨ ਪ੍ਰਾਪਤ ਹੁੰਦਾ ਹੈ। ਪੂਰਾ ਗਿਆਨ ਤੋਂ ਭਾਵ ਹੈ ਜੋ ਗੁਰਬਾਣੀ ਦੇ ਵਿੱਚ ਸਾਡੀਆਂ ਕਮੀਆਂ, ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਨਾ ਸਾਡੀਆਂ ਕਮੀਆਂ ਸਾਹਮਣੇ ਆਉਂਦੀਆਂ, ਅਤੇ ਉਹਨਾਂ ਕਮੀਆਂ ਨੂੰ ਜੇ ਦੂਰ ਕਰਦੇ ਫਿਰ ਹੀ ਪੂਰਾ ਗਿਆਨ ਹੋਵੇਗਾ। ਜੇ ਗੁਰਬਾਣੀ ਨੂੰ ਪੜ੍ਹ ਲਿਆ, ਪਹਿਲੀ ਗੱਲ ਤਾਂ ਸਮਝ ਨਾ ਲੱਗੀ, ਜੇ ਸਮਝ ਲੱਗੀ ਕਮੀਆਂ ਵੀ ਪਤਾ ਲੱਗ ਗਈਆਂ, ਫਿਰ ਵੀ ਕਮੀਆਂ ਦੂਰ ਨਾ ਕੀਤੀਆਂ, ਪੂਰਾ ਗਿਆਨ ਕਿੱਧਰੋਂ ਆ ਜਾਊਗਾ? ਕਮੀਆਂ ਜਿਹੜੀਆਂ ਨੇ ਅਵਗੁਣ, ਜਿਹਨੂੰ ਅਵਗੁਣ ਕਹਿੰਦੇ ਆ, ਕਮੀਆਂ ਕਹਿੰਦੇ ਆ, ਸੋ ਉਹਨਾਂ ਨੂੰ ਜਦੋਂ ਦੂਰ ਕਰ ਲਈਏ ਤਾਂ ਗੁਣ ਆਪਣੇ ਆਪ ਹੋ ਜਾਂਦੇ, ਪੂਰਾ ਗਿਆਨ ਆਪਣੇ ਆਪ ਆ ਜਾਂਦਾ ਹੈ। ਪੜ੍ਹ ਕੇ ਪੂਰਾ ਗਿਆਨ ਨਹੀਂ ਹੁੰਦਾ। ਸੋ ਪੜ੍ਹ ਕੇ ਹਾਂ ਵਿਦਵਾਨ ਬਣ ਸਕਦਾ, ਪਰ ਪੂਰਾ ਗਿਆਨ ਨਹੀਂ ਕਹਿ ਸਕਦੇ ਉਸ ਨੂੰ। ਪੂਰਾ ਗਿਆਨ ਉਦੋਂ ਹੁੰਦਾ ਜਦੋਂ ਆਪਣੀਆਂ ਕਮੀਆਂ ਦੂਰ ਕਰਦਾ। ਉਹ ਗਿਆਨ ਅਧਿਆਤਮਿਕ ਆਪਣੇ ਆਪ ਆ ਜਾਂਦਾ ਜਦੋਂ ਇਹ ਕਮੀਆਂ ਦੂਰ ਕਰਦਾ ਹੈ, ਅਵਗੁਣਾਂ ਨੂੰ ਦੂਰ ਕਰਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਵੱਡਿਆਂ ਭਾਗਾਂ ਦੇ ਨਾਲ ਪੂਰੇ ਗਿਆਨ ਦੀ ਪ੍ਰਾਪਤੀ ਹੁੰਦੀ। ਪੜ੍ਹਨੇ ਸੁਣਨੇ ਵਾਲੇ ਬੜੇ ਹੁੰਦੇ ਨੇ, ਪਰ ਜਿਹਨਾਂ ਦੇ ਵੱਡੇ ਭਾਗ ਹੁੰਦੇ ਨੇ ਪੂਰਾ ਗਿਆਨ ਉਹਨਾਂ ਨੂੰ ਮਿਲਦਾ। ਕਹਿੰਦੇ ਗੁਰ ਕਿਰਪਾ ਤੇ ਪ੍ਰਭੂ ਧਿਆਈਐ। ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ ਫਿਰ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਇਆ ਜਾਂਦਾ। ਸੁਭਾਵ ਉਹਦਾ ਧਿਆਨ ਆਉਂਦਾ, ਫਿਰ ਉਹ ਧਿਆਨ 'ਚ ਫੇਰ ਆਉਂਦਾ ਹੈ, ਫਿਰ ਧਿਆਨ ਉੱਧਰ ਨੂੰ ਜਾਂਦਾ। ਧਿਆਨ ਵਿੱਚ ਉਹਨੇ ਕੀ ਆਉਣਾ, ਪਰ ਸਾਡਾ ਧਿਆਨ ਉੱਧਰ ਨੂੰ ਹੋ ਜਾਂਦਾ। ਫਿਰ ਇਹ ਫਰਕ ਪੈ ਜਾਂਦਾ ਹੈ। ਜਿੱਦਾਂ ਕੁੱਜੇ ਦੇ ਵਿੱਚ ਸਮੁੰਦਰ ਨਹੀਂ ਪੈਂਦਾ, ਕੁੱਜਾ ਸਮੁੰਦਰ 'ਚ ਪੈ ਜਾਂਦਾ। ਪਰਮਾਤਮਾ ਧਿਆਨ ਵਿੱਚ ਕਿਵੇਂ ਆ ਜਾਊਗਾ? ਪਰਮਾਤਮਾ ਧਿਆਨ ਵਿੱਚ ਨਹੀਂ ਆਉਂਦਾ। ਇੱਕ ਤਾਂ ਉਹਦਾ ਆਕਾਰ ਨਹੀਂ ਹੈ, ਦੂਜਾ ਵਿਰਾਟ ਰੂਪ ਹੈ, ਕਿੱਦਾਂ ਧਿਆਨ ਵਿੱਚ ਆ ਜਾਊ? ਹਾਂ, ਇਹ ਜੀਵ ਉਹਦੇ ਵਿੱਚ ਚਲ ਜਾਂਦਾ ਹੈ, ਜੀਵ ਉਸ ਦੇ ਧਿਆਨ ਵਿੱਚ ਆ ਜਾਂਦਾ। ਉਹਦੀ ਫਿਰ ਨਜ਼ਰ ਆ ਨਾ, ਉਹਦਾ ਇਹਦੇ 'ਤੇ ਹਰ ਵਕਤ ਦਾ ਧਿਆਨ ਹੈ। ਕੀ ਕਰਦਾ, ਕੀ ਸੁਣਦਾ, ਕੀ ਬੋਲਦਾ, ਕੀ ਵੇਖਦਾ, ਕੀ ਖਾਂਦਾ, ਕੀ ਪੀਂਦਾ, ਇੱਕ ਇੱਕ ਸਵਾਸ ਉਸ ਦੇ ਧਿਆਨ ਦੇ ਵਿੱਚ ਹੈ। ਤਦੇ ਤਾਂ ਗੁਪਤ ਪ੍ਰਗਟ ਸਭ ਕੁਝ ਜਾਣਦਾ। ਚਾਹੇ ਜਿੰਨਾ ਮਰਜ਼ੀ ਗੁਪਤ ਰੂਪ ਦੇ ਵਿੱਚ ਕੰਮ ਕਰੇ, ਛੁਪਾਵੇ, ਸੋ ਕਿੱਥੋਂ ਛੁਪਾਵੇਗਾ? ਜਿਹੜਾ ਲੁਕ ਕੇ ਕਮਾਇਆ ਪ੍ਰਗਟ ਹੋ ਜਾਂਦਾ, ਕਿਉਂਕਿ ਉਹਦੀ ਹੋਂਦ ਉੱਥੇ, ਉਹਦੀ ਹੋਂਦ ਹਨੇਰੇ ਵਿੱਚ ਵੀ ਹੈ, ਗੁਫਾ ਵਿੱਚ ਵੀ ਹੈ, ਪਰਦੇ ਵਿੱਚ ਮਾੜੇ ਕੰਮ ਕਰਦਾ ਉੱਥੇ ਉਹਦੀ ਹੋਂਦ ਉੱਥੇ ਵੀ ਹੈ। ਕਿੱਥੋਂ ਇਹ ਲੁਕੇਗਾ? ਇਹ ਲੁਕ ਕੇ ਕੰਮ ਕਰਦਾ, ਫਿਰ ਮੁੱਕਰਦਾ, ਮੁੱਕਰ ਪਾਵੈ, ਮੁੱਕਰਦਾ ਆ ਮਾੜਾ ਕਰਮ ਕਰਕੇ। ਚੰਗਾ ਨਹੀਂ ਵੀ ਕੀਤਾ ਫਿਰ ਵੀ ਕਹਿੰਦਾ ਮੈਂ ਕੀਤਾ, ਚੰਗਾ ਨਹੀਂ ਵੀ ਕੀਤਾ ਹੁੰਦਾ ਇਸਨੇ, ਫਿਰ ਵੀ ਆਪਣਾ ਨੰਬਰ ਲਾਉਂਦਾ।
ਮਾੜਾ ਕਿਨੇ ਕੀਤਾ ਦੂਜੇ ਦਾ ਨੰਬਰ ਲਾਉਂਦਾ। ਇਹਨੂੰ ਕਹਿੰਦੇ ਚਤਰਾਈਆਂ। ਇਹੋ ਜਿਹੀਆਂ ਚਤਰਾਈਆਂ ਮਹਾਰਾਜ ਕਹਿੰਦੇ ਦਰਗਾਹ 'ਚ ਨਹੀਂ ਚੱਲਦੀਆਂ। ਜੋ ਤੂੰ ਕੀਤਾ, ਜੋ ਖੱਟਿਆ ਗਵਾਇਆ, ਸਭ ਕੁਝ ਤੇਰੇ ਸਾਹਮਣੇ ਹੋਣਾ, ਮੰਨਣਾ ਪੈਣਾ, ਉੱਥੇ ਮੁੱਕਰ ਨਹੀਂ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹ ਕਿਰਪਾ ਕਰਦਾ, ਫਿਰ ਪ੍ਰਭੂ ਨੂੰ ਧਿਆਇਆ ਜਾਂਦਾ, ਫਿਰ ਸਾਵਧਾਨ ਹੁੰਦਾ, ਸਾਵਧਾਨ ਹੋ ਕੇ ਫਿਰ ਉਸ ਨੂੰ ਧਿਆਉਂਦਾ, ਆਪਣੇ ਆਪ ਨੂੰ ਇਕੱਠਾ ਕਰਕੇ ਰੱਖਣਾ, ਆਪਣੇ ਆਪ ਨੂੰ ਸੰਭਾਲ ਕੇ ਫਿਰ ਯਾਦ ਕਰਨਾ, ਫਿਰ ਬਾਣੀ ਪੜ੍ਹਨੀ। ਸਾਵਧਾਨ ਹੋ ਕੇ, ਜਦੋਂ ਸਾਵਧਾਨ ਹੋ ਕਰਕੇ ਬਾਣੀ ਪੜ੍ਹਦਾ, ਸੁਣਦਾ, ਵਿਚਾਰਦਾ, ਇਹਨੂੰ ਅਸਲ 'ਚ ਧਿਆਉਣਾ ਕਿਹਾ ਜਾਂਦਾ। ਕਿਉਂਕਿ ਜੋ ਵੀ ਪੜ੍ਹਦਾ ਹੁਣ ਧਿਆਨ ਵਿੱਚ ਹੈ, ਜੋ ਸੁਣਦਾ ਉਹ ਵੀ ਧਿਆਨ ਦੇ ਵਿੱਚ ਹੈ, ਫਿਰ ਉਹਦਾ ਅਸਰ ਹੁੰਦਾ ਜੀ। ਰਹਾਉ ਰਤਨ ਜਵਾਹਰ ਹਰ ਮਾਣਕ ਲਾਲਾ। ਪਰਮਾਤਮਾ ਦਾ ਜਿਹੜਾ ਨਾਮ ਹੈ ਭਗਤਾਂ ਵਾਸਤੇ ਇਹੋ ਹੀ ਹੀਰੇ ਨੇ, ਰਤਨ ਨੇ, ਜਵਾਹਰਾਤ ਨੇ, ਲਾਲ ਨੇ, ਮਾਣਕ ਮੋਤੀ ਨੇ। ਨਾਮ ਤੋਂ ਵੱਧ ਕੇ ਕੋਈ ਰਤਨ ਹੋ ਸਕਦਾ? ਦੁਨਿਆਵੀ ਜਿਹੜੇ ਰਤਨ ਨੇ ਉਹਨਾਂ ਦੀ ਕੀਮਤ ਹੈ, ਪਰ ਨਾਮ ਇੱਕ ਐਸਾ ਰਤਨ ਹੈ ਅਤੇ ਜਿਸ ਦੀ ਕੋਈ ਕੀਮਤ ਨਹੀਂ ਹੈ। ਐਸਾ ਨਾਮ ਰਤਨ ਨਿਰਮੋਲਕ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਹੀ ਹਿਰਦੇ ਵਿੱਚ ਇਹਦਾ ਵਾਸਾ ਹੁੰਦਾ, ਅਤੇ ਰਤਨ ਨਾ ਛਪੇ ਛਪਾਇਆ। ਫਿਰ ਜਿੰਨਾ ਮਰਜ਼ੀ ਭਗਤ ਨੂੰ ਛਪਾ ਕੇ ਰੱਖੇ, ਛਿਪਦਾ ਨਹੀਂ ਹੈ, ਪ੍ਰਗਟ ਹੁੰਦਾ ਹੈ। ਸਿਮਰ ਸਿਮਰ ਪ੍ਰਭ ਪੈ ਨਿਹਾਲਾ। ਭਗਤ ਫਿਰ ਇਹਨੂੰ ਬਾਰ ਬਾਰ ਸਿਮਰਦਾ, ਬਾਰ ਬਾਰ ਸਿਮਰਦਾ, ਅਤੇ ਰੱਬ ਇਹ ਤੋਂ ਖੁਸ਼ ਹੁੰਦਾ। ਪ੍ਰਭ ਭੈ ਨਿਹਾਲਾ। ਇਹ ਬਾਣੀ ਜਦੋਂ ਪ੍ਰੇਮ ਨਾਲ ਪੜ੍ਹਦਾ, ਜਦੋਂ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ, ਜਾਂ ਬਾਣੀ ਦੀ ਵਿਚਾਰ ਕਰਦਾ, ਜਾਂ ਅੱਠੇ ਪਹਿਰ ਨਿਰੰਤਰ ਉਹਦੀ ਯਾਦ ਚੱਲ ਪੈਂਦੀ ਹੈ, ਇਹਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਦੀ ਇੱਥੇ ਬਹੁਤ ਖੁਸ਼ੀ ਹੁੰਦੀ ਹੈ। ਪ੍ਰਭ ਭੈ ਨਿਹਾਲਾ, ਰੱਬ ਖੁਸ਼ ਹੁੰਦਾ ਕਹਿੰਦੇ ਆ। ਰੱਬ ਹੋਰ ਸੋ ਕਿਸੇ ਦੁਨਿਆਵੀ ਪਦਾਰਥ ਦੇ ਨਾਲ ਖੁਸ਼ ਨਹੀਂ ਖੁਸ਼ ਹੁੰਦਾ। ਧਨ ਦੌਲਤ ਨਾਲ, ਜ਼ਮੀਨ ਜਾਇਦਾਦ ਦੇ ਨਾਲ, ਜਾਂ ਰੱਬ ਕਹਿੰਦਾ ਮੇਰਾ ਮਾਣ ਕਰ, ਸਤਿਕਾਰ ਕਰ, ਫਿਰ ਮੈਂ ਖੁਸ਼ ਹੋਵਾਂਗਾ, ਨਾ। ਜਦੋਂ ਉਹਨੂੰ ਯਾਦ ਕਰਦਾ ਨਾ, ਉਹਨੂੰ ਸਿਮਰਦਾ, ਆਨੰਦ ਲੈ ਕੇ, ਭਲਾ ਇਹਦਾ ਹੀ ਹੈ। ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਅਤੇ ਉਹਦਾ ਸਿਮਰਨ ਕਰਨ ਦੇ ਨਾਲ ਦੁੱਖ ਰੋਗ ਸੰਤਾਪ ਦੌੜ ਜਾਂਦੇ ਨੇ, ਝਗੜਾ ਝਗੜਾ ਖਤਮ ਹੋ ਜਾਂਦਾ ਇਹਨਾਂ ਦਾ। ਭਲਾ ਇਹਦਾ ਬਹੁਤ ਭਲਾ, ਪੁੰਨ ਬੜੇ ਬਣਦੇ ਨੇ, ਸੁੱਖ ਬੜੇ ਆਉਂਦੇ ਨੇ, ਅਤੇ ਰੱਬ ਵੀ ਖੁਸ਼ ਹੁੰਦਾ ਹੈ। ਪਰਮਾਤਮਾ ਔਰ ਸਭ ਤੋਂ ਵੱਡੀ ਪ੍ਰਾਪਤੀ ਰੱਬ ਦੀ ਖੁਸ਼ੀ, ਰੱਬ ਦੀ ਖੁਸ਼ੀ ਹੈ। ਇਹ ਬੰਦਗੀ ਕਰਦਾ, ਬੰਦਗੀ ਦਾ ਫਲ ਵੱਖਰਾ, ਰੱਬ ਦੀ ਖੁਸ਼ੀ ਦਾ ਫਲ ਵੱਖਰਾ। ਤਦੇ ਫਿਰ ਹੰਧਿਆਲ ਹੁੰਦਾ। ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖ ਨੇ ਇਸੇ ਕਰਕੇ ਹੀ ਕੱਟੀ ਜਾਂਦੇ, ਤਦੇ ਹੀ ਕੱਟੇ ਜਾਂਦੇ। ਕਹਿੰਦੇ ਜਾਤ ਕਾਤ ਪੇਖੋ ਸਾਧੂ ਸ਼ਰਣਾ, ਹਰ ਗੁਣ ਗਾਏ ਨਿਰਮਲ ਮਨ ਕਰਨਾ। ਸੋ ਹੁਣ ਜਿੱਧਰ ਕਿੱਧਰ ਵੀ ਮੈਂ ਵੇਖਦਾ, ਅਤੇ ਮੈਨੂੰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੀ ਨਜ਼ਰ ਆਉਂਦਾ, ਸਾਧੂ। ਸੋ ਜਿੱਧਰ ਕਿੱਧਰ ਵੇਖਦਾ ਹਾਂ ਅਤੇ ਮੈਨੂੰ ਗੁਰੂ ਦੀ ਹੋਂਦ ਹੀ ਪ੍ਰਤੀਤ ਹੁੰਦੀ ਹੈ, ਸਾਧੂ। ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ, ਗੁਰਬਾਣੀ ਜਿਹੜੀ ਸਾਧ ਬਣਾਉਂਦੀ ਹੈ ਨਾ, ਗੁਰਬਾਣੀ ਦੁਆਰਾ ਆਪਣੇ ਆਪ ਨੂੰ ਸਾਧਣਾ ਬੜਾ ਆਸਾਨ, ਬੜਾ ਸੌਖਾ। ਜਿਹਨੇ ਸਾਧ ਲਿਆ ਉਹ ਸਾਧੂ ਬਣ ਗਏ, ਅਤੇ ਉਹ ਸ਼ਰਨ ਵਿੱਚ ਰਹਿੰਦੇ ਨੇ, ਹਮੇਸ਼ਾ ਹਾਜ਼ਰੀ ਵਿੱਚ ਰਹਿੰਦੇ ਨੇ, ਰੱਬ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਕਦੀ ਇਕੱਲੇ ਨਹੀਂ ਆਪਣੇ ਆਪ ਨੂੰ ਸਮਝਦੇ। ਅਤੇ ਉਹ ਫਿਰ ਜਿੱਧਰ ਵੀ ਵੇਖਦੇ ਆ ਉੱਧਰ ਹੀ ਉਹਨਾਂ ਨੂੰ ਰੱਬ ਨਜ਼ਰ ਆਉਂਦਾ। ਉਹਨਾਂ ਦੀ ਨਿਗਾਹ ਦ੍ਰਿਸ਼ਟੀ ਹੀ ਐਸੀ ਹੋ ਜਾਂਦੀ, ਸੋਚ ਬਦਲ ਜਾਂਦੀ ਹੈ। ਜ਼ਾਹਰ ਬਾਤ ਹੈ, ਬੰਦੇ ਦੀ ਜਿਹੋ ਜਿਹੀ ਸੋਚ ਹੁੰਦੀ ਉਹੋ ਜਿਹਾ ਮਾਹੌਲ ਬਣ ਜਾਂਦਾ ਹੁੰਦਾ। ਜੇ ਸੋਚ ਬੰਦਗੀ ਵਾਲੀ ਹੈ ਅਤੇ ਮਾਹੌਲ ਬੰਦਗੀ ਵਾਲਾ। ਜੇ ਸੋਚ ਆ ਵੀ ਮੈਂ ਰੱਬ ਦੀ ਸ਼ਰਨ ਵਿੱਚ, ਮੈਂ ਰੱਬ ਹਾਜ਼ਰ ਨਾਜ਼ਰ ਹੈ, ਅਤੇ ਮਾਹੌਲ ਇੱਦਾਂ ਦਾ ਬਣ ਜਾਣਾ, ਜਿੱਧਰ ਵੇਖਣਾ ਉੱਧਰ ਹੀ ਰੱਬ ਦਿਸਣਾ, ਮਾਹੌਲ ਇੱਦਾਂ ਦਾ ਬਣ ਜਾਂਦਾ ਹੈ।
ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰੇ ਜਿਹੜੇ ਨੇ ਹਰ ਵਕਤ ਪਰਮਾਤਮਾ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਰੱਖਦੇ ਨੇ, ਫਿਰ ਇਹਦੇ ਨਾਲ ਰੱਬ ਕਦੀ ਦੂਰ ਹੁੰਦਾ ਪ੍ਰਤੀਤ ਹੀ ਨਹੀਂ ਹੁੰਦਾ ਹੈ। ਹਰ ਗੁਣ ਗਾਏ ਨਿਰਮਲ ਮਨ ਕਰਨਾ, ਮਨ ਨੂੰ ਨਿਰਮਲ ਕਰਨ ਦਾ, ਮੈਲ ਤੋਂ ਰਹਿਤ ਕਰਨ ਦਾ, ਪਵਿੱਤਰ ਕਰਨ ਦਾ ਇਹੋ ਹੀ ਆਸਾਨ ਅਤੇ ਸੌਖਾ ਤਰੀਕਾ ਹੈ। ਹਰੀ ਦੇ ਗੁਣ ਗਾਉਣੇ, ਬਾਣੀ ਪੜ੍ਹਨੀ ਸੁਣਨੀ ਵਿਚਾਰਨੀ, ਇਹਦੇ ਨਾਲ ਮਨ ਜਿਹੜਾ ਆ ਉਹ ਪਵਿੱਤਰ ਹੋ ਜਾਂਦਾ, ਮੈਲ ਤੋਂ ਰਹਿਤ ਹੋ ਜਾਂਦਾ। ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਜਿੰਨਾ ਚਿਕਰ ਸਾਡਾ ਮਨ ਜਿਹੜਾ ਸੀ ਨਿਰਮਲ ਨਹੀਂ ਸੀ, ਇਹਨੂੰ ਪਾਪਾਂ ਦੀ, ਵਿਕਾਰਾਂ ਦੀ, ਮਾੜੇ ਕਰਮਾਂ ਦੀ ਮੈਲ ਲੱਗੀ ਹੋਈ ਸੀ, ਉਹ ਵੀ ਜਨਮਾਂ ਜਨਮਾਤਰਾਂ ਦੀ, ਅਤੇ ਫਿਰ ਸਵਾਮੀ ਨਹੀਂ ਸੀ ਦਿਸਦਾ, ਇਹਨੂੰ ਮਾਲਕ ਨਹੀਂ ਸੀ ਦਿਸਦਾ। ਅਤੇ ਜਦੋਂ ਉਹ ਪਾਪਾਂ ਦੀ, ਵਿਕਾਰਾਂ ਦੀ ਮੈਲ ਲੈ ਗਈ ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਨਾਲ, ਫਿਰ ਕਹਿੰਦਾ ਵੀ ਪਰਮਾਤਮਾ ਪਰਮੇਸ਼ਰ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਘਾਟ 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 ਸਰੀਰ ਘਾਟ ਹਿਰਦਾ, ਹਰੇਕ ਦੇ ਸਰੀਰ, ਹਰੇਕ ਦੇ ਹਿਰਦੇ ਵਿੱਚ ਪਰਮਾਤਮਾ ਪਰਮੇਸ਼ਰ ਦਾ ਵਾਸਾ ਹੋ ਰਿਹਾ ਹੈ। ਸੋ ਇਹ ਦੇਖ ਕੇ, ਇਹ ਅਨੁਭਵ ਕਰਕੇ ਜਦੋਂ ਇਹ ਕਹਿੰਦਾ ਹੈ ਨਾ, ਉਹਦਾ ਇੱਕ ਆਪਣਾ ਆਨੰਦ ਬਣ ਜਾਂਦਾ ਹੈ। ਜੇ ਪੜ੍ਹ ਸੁਣ ਕੇ ਕਹਿੰਦਾ, ਪੜ੍ਹ ਸੁਣ ਕੇ ਫਿਰ ਹੁਣ ਇਹਨੂੰ ਸਮਝਾਇਆ, ਸਮਝ ਤਾਂ ਗਿਆ ਵੀ ਰੱਬ ਹੈ, ਪਰ ਦੇਖਿਆ ਨਹੀਂ, ਮਹਿਸੂਸ ਨਹੀਂ ਕੀਤਾ। ਹੁਣ ਜਿਹੜੇ ਮਹਿਸੂਸ ਕਰਦੇ ਨੇ ਉਹਨਾਂ ਦੀ ਗੱਲ ਮਹਾਰਾਜ ਇੱਥੇ ਕਰਦੇ ਨੇ, ਕਹਿੰਦੇ ਉਹ ਫਿਰ ਕਹਿੰਦੇ ਨੇ, ਕਹਿੰਦੇ ਮੇਰਾ ਸੁਆਮੀ ਤਾਂ ਸਾਰਿਆਂ ਦੇ ਵਿੱਚ ਹੈ, ਬੂਠਾ ਵਸ ਰਿਹਾ ਹੈ, ਵਸਿਆ ਹੋਇਆ ਹੈ। ਕਹਿੰਦੇ ਨਾਨਕ ਨਾਮ ਪਾਇਆ ਪ੍ਰਭ ਤੂਠਾ। ਹੁਣ ਜਿਹੜੇ ਹੋਰ ਜਗਿਆਸੂ ਨੇ, ਜਿਨ੍ਹਾਂ ਦੇ ਅੰਦਰ ਆਸਾ ਜਾਗੀ ਹੋਈ ਹੁੰਦੀ ਹੈ ਅਤੇ ਮਨ ਵਿੱਚ ਚਾਅ ਹੁੰਦਾ, ਹੁਣ ਜਿਹੜੇ ਇਸ ਲਾਈਨ 'ਤੇ ਚੱਲ ਪੈਂਦੇ ਨਾ ਅਧਿਆਤਮਿਕ ਮਾਰਗ 'ਤੇ, ਸਾਰਿਆਂ ਦਾ ਮਨੋਰਥ ਇੱਕ ਹੀ ਹੁੰਦਾ ਕਿ ਰੱਬ ਮਿਲੇ, ਪਰਮਾਤਮਾ ਦੇ ਦਰਸ਼ਨ ਹੋ ਜਾਣ। ਹਾਲਾਂਕਿ ਪਤਾ ਵੀ ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਚੱਕਰ ਚਿਹਨ, ਜਾਤ ਪਾਤ ਨਹੀਂ ਹੈ, ਪਰ ਫਿਰ ਵੀ ਬੰਦਗੀ ਕਰਨ ਵਾਲਿਆਂ ਦੇ ਅੰਦਰ ਇਹ ਇੱਕ ਲਾਲਸਾ ਹੁੰਦੀ ਹੈ ਵੀ ਉਹ ਮੈਨੂੰ ਮਿਲੇ, ਮਿਲੇ ਜ਼ਰੂਰ। ਸੋ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਇਸਨੇ ਕਿੱਦਾਂ ਦਾ ਬਣਾਇਆ ਹੋਇਆ, ਜਿੱਦਾਂ ਦਾ ਫਿਰ ਸਰੂਪ ਬਣਾਉਂਦਾ ਨਾ ਮਹਾਰਾਜ ਕਹਿੰਦੇ ਜਿਹਾ ਵੇਖੇ ਤੇਹਾ ਵੇਖ, ਜਿੱਦਾਂ ਦਾ ਉਹਨੂੰ ਵੇਖਦਾ ਆਪਣੇ ਖਿਆਲਾਂ ਵਿੱਚ, ਉੱਦਾਂ ਦੇ ਉਹਨੂੰ ਦਰਸ਼ਨ ਹੋ ਜਾਂਦੇ ਹੈ। ਭਾਵੋ ਹੀ ਵਿਦਤੇ ਦੇਵਾ, ਭਗਤ ਦੀ ਭਾਵਨਾ ਕਿਹੋ ਜਿਹੀ ਹੈ, ਜਿੱਦਾਂ ਦੀ ਭਗਤ ਦੀ ਭਾਵਨਾ ਹੁੰਦੀ ਹੈ ਉਸ ਰੂਪ 'ਚ ਰੱਬ ਦੇ ਦਰਸ਼ਨ ਹੁੰਦੇ ਨੇ। ਜਿਹੜਾ ਹੁਣ ਨਿਰਗੁਣ 'ਚ ਵੇਖਦਾ, ਜਿਹੜਾ ਨਿਰਗੁਣ ਵਿੱਚ ਵੇਖਦਾ, ਜਿਹੜਾ ਜੋਤ ਰੂਪ ਵਿੱਚ ਵੇਖਦਾ ਵੀ ਤੂੰ ਜੋਤ ਹੈ, ਪ੍ਰਕਾਸ਼, ਉਹਨੂੰ ਉੱਦਾਂ ਦਾ ਅਨੁਭਵ ਗਿਆਨ ਹੋ ਜਾਂਦਾ। ਕੋਈ ਆਕਾਰ 'ਚ ਵੇਖਦਾ ਉਹਨੂੰ ਉੱਦਾਂ ਦੇ ਦਰਸ਼ਨ ਹੁੰਦੇ ਨੇ। ਸੋ ਜਿੱਦਾਂ ਵੇਖਦਾ, ਕੋਈ ਕੁਦਰਤ 'ਚ ਵੇਖਦਾ, ਕੁਦਰਤ ਵਿੱਚ, ਬਾਣੀ ਵੀ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ, ਉਹਨੂੰ ਕੁਦਰਤ ਵਿੱਚ ਉਹਦੇ ਦਰਸ਼ਨ ਦੀਦਾਰ ਹੁੰਦੇ ਨੇ। ਕੋਈ ਆਪਣੇ ਆਪ 'ਚ ਵੇਖਦਾ, ਉਹਨੂੰ ਆਪਣੇ ਆਪ 'ਚ ਉਹਦੇ ਦਰਸ਼ਨ ਹੋ ਰਹੇ ਨੇ। ਸੋ ਜਿੱਦਾਂ ਵੀ ਕਿਸੇ ਨੇ ਉਹਨੂੰ ਜਾਣਿਆ, ਉੱਦਾਂ ਦੀ ਉਸ ਭਗਤ ਨੂੰ ਪ੍ਰਮਾਤਮਾ ਨੇ ਸੋਝੀ ਦੇ ਦਿੱਤੀ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਕਹਿੰਦੇ ਨਾਨਕ ਨਾਮ ਪਾਇਆ ਪ੍ਰਭ ਤੁਠਾ, ਨਾਮ ਤੋਂ ਬਿਨਾਂ ਉਹਦੀ ਹੋਂਦ ਦਾ ਅਨੁਭਵ ਹੋਣਾ ਮੁਸ਼ਕਿਲ ਹੈ, ਅਤੇ ਨਾਮ ਮਿਲਦਾ ਸਤਿਗੁਰੂ ਤੋਂ। ਸਤਿਗੁਰੂ ਦੇ ਨਾਲ ਕੌਣ ਜੋੜਦਾ? ਜਦੋਂ ਪਰਮਾਤਮਾ ਪ੍ਰਸੰਨ ਹੁੰਦਾ, ਫਿਰ ਉਹਨੇ ਸਤਿਗੁਰੂ ਦੇ ਨਾਲ ਮੇਲ ਕਰਾ ਦੇਣਾ, ਜਦੋਂ ਪ੍ਰਸੰਨ ਹੋ ਜਾਣਾ। ਜਿੱਦਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਮਾਤਾ ਗੰਗਾ ਜੀ ਨੂੰ ਵਰ ਦਿੱਤਾ, ਅਤੇ ਉਹ ਬਾਬਾ ਬੁੱਢਾ ਜੀ ਤੋਂ ਦਵਾਇਆ। ਬਾਬਾ ਬੁੱਢਾ ਜੀ ਨੂੰ ਅੱਗੇ ਕੀਤਾ ਸੀ, ਆਪ ਵੀ ਵਰ ਦੇ ਸਕਦੇ ਸੀ, ਹਜ਼ਾਰਾਂ ਦੀਆਂ ਝੋਲੀਆਂ ਭਰਨੇ ਵਾਲੇ ਆਪ ਵੀ ਤਾਂ ਬਚਨ ਕਰ ਸਕਦੇ ਸੀ, ਨਹੀਂ। ਅਤੇ ਉਹ ਬਾਬਾ ਬੁੱਢਾ ਜੀ, ਸਿੱਖ ਦੀ ਮਹਿਮਾ। ਬ੍ਰਹਮ ਗਿਆਨੀ ਕੀ ਹੁੰਦਾ ਹੈ? ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਸਾਰਿਆਂ ਦਾ ਦਾਤਾ ਹੁੰਦਾ ਹੈ, ਅਤੇ ਬ੍ਰਹਮ ਗਿਆਨੀ ਦੇ ਕੋਲ ਸਾਰੀਆਂ ਦਾਤਾਂ ਹੁੰਦੀਆਂ। ਸੋ ਇਹ ਗੱਲ ਦਰਸਾਈ ਹੈ ਗੁਰੂ ਸਾਹਿਬ ਜੀ ਨੂੰ। ਫਿਰ ਦੇਖ ਲਓ ਭਾਈ, ਬ੍ਰਹਮ ਗਿਆਨੀ ਦੇ ਵਿੱਚ ਪਰਮੇਸ਼ਰ 'ਚ ਕੋਈ ਫਰਕ ਹੈ? ਕੋਈ ਫਰਕ ਨਹੀਂ ਹੁੰਦਾ ਹੈ। ਸੋ ਜਿਹਦੇ 'ਤੇ ਪ੍ਰਮਾਤਮਾ ਕਿਰਪਾ ਕਰਦਾ ਨਾ,
ਹਜ਼ੂਰ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਨਾਮ ਮਿਲਦਾ, ਨਾਮ ਗੁਰੂ ਕੋਲੋਂ ਮਿਲਦਾ ਅਤੇ ਰੱਬ ਫਿਰ ਗੁਰੂ ਦੇ ਨਾਲ ਇਹਦਾ ਮੇਲ ਕਰਾ ਦਿੰਦਾ। ਮਹਾਰਾਜ ਨੇ ਬੜੀ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ ਜੀ। ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਹੁਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛੁ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਾਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਾਲਾਂ ਜਿਤ ਕਰਤਾਰੀਆ। ਪੰਚ ਦੁੱਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਅਤਿਤ ਕਾਰਿਆ ਨ ਹੱਦ ਵਾਜੇ। ਹਨੁ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰਿਆ ਭਰਪੂਰੇ। ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਤੇਰੀ ਰਾਸ ਅੰਬਾਰਕ ਤੇਰੇ